ਚੰਡੀਗੜ੍ਹ ਦੇ ਅਧਿਕਾਰੀਆਂ ਦੀ ਲਗਜ਼ਰੀ ਤੇ ਹੁਣ ਰੋਕ ਲੱਗ ਗਈ ਹੈ। ਚੰਡੀਗੜ੍ਹ ਦੇ ਕਈ ਅਧਿਕਾਰੀ ਦਿੱਲੀ ਜਾਂਦੇ ਨੇ ਹਵਾਈ ਜਹਾਜ਼ ਦੇ ਜ਼ਰੀਏ, ਜਿਸ ਵਿੱਚ ਕਈ ਲੱਖਾਂ ਦਾ ਖਰਚਾ ਆ ਜਾਂਦਾ ਹੈ। यूटी सेक्रेटरीट का खर्चा करीब 90 लाख रुपए है, लेकिन पुलिस का खर्चा है जो वो 2 करोड़ 16 लाख। चंडीगढ़ ट्रांसपोर्ट अंडरटेकिंग का जो खर्चा है वो 1 करोड़ 60 लाख है। और बहुत सारे बोर्ड, बहुत सारे डिपार्टमेंटों ने इन्फॉर्मेशन दी नहीं। मैनू ये समझ नहीं लगती कि ट्रैवलिंग उन्होंने कोविड के पीरियड किहड़ी ट्रैवलिंग की है। मैनू ये लगता है कि उन्होंने ट्रैवलिंग का जो बजट है वो बजट का मिसयूज किया। ਚੰਡੀਗੜ੍ਹ ਦੇ ਅਧਿਕਾਰੀਆਂ ਦੀ ਲਗਜ਼ਰੀ ਤੇ ਹੁਣ ਰੋਕ ਲੱਗ ਗਈ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਹ ਰੋਕ ਲਗਾਈ ਹੈ। ਕਾਰਨ ਕੀ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਦਰਅਸਲ ਚੰਡੀਗੜ੍ਹ ਦੇ ਹੀ ਇੱਕ ਆਰਟੀਆਈ ਐਕਟਿਵਿਸਟ ਨੇ ਆਰਟੀਆਈ ਦਾਖਲ ਕੀਤੀ ਸੀ ਕਿ ਚੰਡੀਗੜ੍ਹ ਦੇ ਕਈ ਅਧਿਕਾਰੀ ਦਿੱਲੀ ਜਾਂਦੇ ਨੇ ਹਵਾਈ ਜਹਾਜ਼ ਦੇ ਜ਼ਰੀਏ, ਜਿਸ ਵਿੱਚ ਕਈ ਲੱਖਾਂ ਦਾ ਖਰਚਾ ਆ ਜਾਂਦਾ ਹੈ, ਜਦ ਕਿ ਉਹ ਐਕਸਪੈਂਡੀਚਰ ਜਿਹੜਾ ਉਹ ਘੱਟ ਕਰ ਸਕਦੇ, ਯਾਨੀ ਕਿ ਬਾਏ ਰੋਡ ਵੀ ਜਾ ਸਕਦੇ ਤੇ ਦੂਜੇ ਪਾਸੇ ਉੱਥੇ ਯੂਟੀ ਗੈਸਟ ਹਾਊਸ ਜਾਂ ਹੋਰ ਸਰਕਾਰੀ ਜਿਹੜੇ ਉੱਥੇ ਸੁਵਿਧਾਵਾਂ ਮਿਲਦੀਆਂ ਨੇ ਉਹ ਇਸਤੇਮਾਲ ਨਾ ਕਰਕੇ ਲਗਜ਼ਰੀ 5 ਸਟਾਰ ਹੋਟਲਸ ਦੇ ਵਿੱਚ ਰਹਿ ਰਹੇ ਨੇ, ਜਿਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਉਸ ਉੱਤੇ ਅਧਿਕ ਬੋਝ ਪੈ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੇ ਜਿਹੜਾ ਨੋਟਿਸ ਲਿੱਤਾ ਇਸ ਚੀਜ਼ ਦਾ। ਉਹਨਾਂ ਨੇ ਹੁਣ ਹਿਦਾਇਤਾਂ ਦਿੱਤੀਆਂ ਨੇ ਕਿ ਸਾਰੇ ਜਿਹੜੇ ਵੀ ਅਧਿਕਾਰੀ ਹੈ ਉਹ ਹੁਣ ਜੇਕਰ ਉਹਨਾਂ ਨੇ ਦਿੱਲੀ ਜਾਣਾ ਹੈ ਤੇ ਗੱਡੀ ਦਾ ਇਸਤੇਮਾਲ ਕਰਨਗੇ ਤੇ ਦਿੱਲੀ ਦੇ ਵਿੱਚ ਯੂਟੀ ਗੈਸਟ ਹਾਊਸ ਦੇ ਵਿੱਚ ਰੁਕਣਗੇ, ਤਾਂ ਕਿ ਕੰਟਰੋਲ ਜਿਹੜਾ ਹੈ ਉਹ ਖਰਚੇ ਦੇ ਉੱਤੇ ਕੀਤਾ ਜਾ ਸਕੇ। देखो मैं कई महीने तो ट्राई कर रहा सी। पिछले साल सितंबर भी मैं पाई सी आरटीआई, क्योंकि ਜਿਹੜਾ ਸਿਸਟਮ ਹੈ ਨਾ ਸਾਨੂੰ ਬਹੁਤ ਜ਼ਿਆਦਾ ਹੈਲਪ ਨਹੀਂ ਕਰਦਾ ਤੇ ਮੈਨੂੰ ਫਿਰ ਇਸ ਸਿਲਸਿਲੇਵਾਰ ਰਿਸਰਚ ਕਰਕੇ ਅਲੱਗ-ਅਲੱਗ ਤਰੀਕਿਆਂ ਤੋਂ ਇਹ ਸਾਰੀ ਚੀਜ਼ਾਂ ਲੈਣੀ ਪੈਂਦੀਆਂ। ਹੁਣ ਮੈਂ ਸਾਰੇ ਡਿਪਾਰਟਮੈਂਟਾਂ ਤੋਂ ਪੁੱਛਿਆ ਸੀ ਵੀ ਤੁਹਾਡਾ ਖਰਚ ਕੀ ਹੈ, ਬਜਟ ਕਿੰਨਾ ਹੈ, ਡੋਮੈਸਟਿਕ ਤੇ ਖਰਚ ਕਿੰਨਾ ਹੈ ਤੁਹਾਡਾ, ਉਹ ਦੱਸੋ। ਫਿਰ ਪਹਿਲਾਂ ਉਹਨਾਂ ਨੇ ਬਜਟ ਦੱਸਿਆ, ਫਿਰ ਉਹਨਾਂ ਨੇ ਖਰਚ ਦੱਸਿਆ, ਫਿਰ ਮੈਂ ਟੀਏ ਬਿੱਲ ਮੰਗੇ ਉਹਨਾਂ ਤੋਂ, ਫਿਰ ਮੈਂ ਅਕਾਊਂਟ ਦੀ ਸਟੇਟਮੈਂਟ ਮੰਗੀ, ਉਹ ਆਣੀ 'ਚ। ਲੇਕਿਨ ਇਹ ਬੜੀ ਕੰਸਰਨ ਇਹ ਬਣਦਾ ਹੈ ਕਿ ਬਹੁਤ ਸਾਰੇ ਡਿਪਾਰਟਮੈਂਟਾਂ ਨੇ ਇਨਫੋਰਮੇਸ਼ਨ ਦਿੱਤੀ ਨਹੀਂ। ਮੈਂ ਥੋੜੀ ਡਿਟੇਲ ਦੇ ਦੇਣਾ। ਯੂਟੀ ਸੈਕਟਰੀਏਟ ਦਾ ਖਰਚਾ ਕਰੀਬ 90 ਲੱਖ ਰੁਪਏ ਹੈ ਇਸੇ ਪੀਰੀਅਡ ਦਾ, 5 ਸਾਲਾਂ ਦੇ ਪੀਰੀਅਡ ਦਾ। मैंने लगता सी शायद इन्हों का सारा खर्चा सब तो ज़्यादा होएगा, लेकिन पुलिस का खर्चा है जो वो 2 करोड़ 16 लाख है इसी पीरियड का। और चंडीगढ़ ट्रांसपोर्ट अंडरटेकिंग का जो खर्चा है वो 1 करोड़ 60 लाख है इसी पीरियड का। फॉरेस्ट का 10 लाख से ज़्यादा है, चंडीगढ़ हाउसिंग बोर्ड का 10 लाख से ज़्यादा है। लेकिन इसमें हैरानी की बात यह है कि ना तो सिटको ने, एमसी ने और टूरिज़म ने या इंफॉर्मेशन टेक्नोलॉजी ने और बहुत सारे बोर्ड, बहुत सारे डिपार्टमेंटों ने इन्फॉर्मेशन दी नहीं है, बिल्कुल ही उन्होंने देने से मना कर दिया। तो ये जिहड़ी पिक्चर हुण आई है सामने, ये थोड़ी अधूरी पिक्चर आई है। सिर्फ इन्ने पिक्चर नाल भी सानू इन्ना लग्या कि बहुत कुछ मिसयूज पैसे का होया है, बहुत सारा फिजूल खर्ची हुई है। जे ये सारी पिक्चर सामने आएगी ਤਾਂ ਹੀ ਸਾਨੂੰ ਪਤਾ ਲੱਗੇਗਾ ਵੀ, ਕਿਉਂਕਿ ਕਿਆ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੇ ਅਫਸਰ ਹੈ ਸਾਡੇ ਉਹ HOD ਹੈ ਕਈ ਡਿਪਾਰਟਮੈਂਟ ਵਾਲੇ, ਜਿਹੜੇ ਡਿਪਾਰਟਮੈਂਟ ਯੂਟੀ ਸੈਕਟਰ ਤੋਂ ਬਾਹਰ ਹੈਗੇ ਹੈ। ਇਹ ਜਿਹੜੇ ਟੂਰ ਕਰਦੇ ਨੇ ਕਈ ਵਾਰ ਨਾ ਬਿੱਲ ਉੱਥੋਂ ਵੀ ਪੇਮੈਂਟ ਲੈਂਦੇ ਹੈ। ਸੋ ਇਹ ਸਾਰੀ ਪਿਕਚਰ ਆਣੀ ਬਾਕੀ ਹੈ। ਇਹ ਸਾਰੀ ਪਿਕਚਰ ਮੇਰੀ ਕੋਸ਼ਿਸ਼ ਹੈ ਕਿ ਜਲਦੀ ਆਏਗੀ, ਬਾਕੀ ਤਾਂ ਜਿਸ ਤਰ੍ਹਾਂ ਪਤਾ ਲੱਗੇ। कोविड के टाइम पे भी है एक ऑफिसर जोड़े कोविड के टाइम पे, हाँ भाई मैं दस देना, CTU ने कोविड के पीरियड 34 लाख रुपया ट्रैवलिंग से खर्चा है। मैनू ये समझ नहीं लगती कि ट्रैवलिंग उन्होंने कोविड के पीरियड किहड़ी ट्रैवलिंग की है। मैनू ये लगता है कि उन्होंने ट्रैवलिंग का जो बजट है वो बजट का मिसयूज किया है, क्योंकि अदरवाइज कोविड से मूवमेंट सीगे ही नहीं। तो मूवमेंट नहीं होने के बाद भी उन्होंने 34 लाख रुपया खर्च लिया, या तो उन्होंने बस के डीजल का या बस के खर्चों का वो सारे ट्रैवलिंग पाते उन्होंने। सो दिस इज़ नीड्स टू बी वेरीफाइड। मैं इस चीज़ की करदा कि पहले तो सारी पिक्चर बाहर आवे, सारे डिपार्टमेंटों की बाहर आवे, उसदे बाद ਉਹਦਾ बिल्कुल स्पैशल ऑडिट होना चाहिए CA का। जैसे पहले कई बार स्पैशल ऑडिट होया, स्पैशल ऑडिट होना चाहिए ताकि सारी चीज़ें पता लगे
ਕਿ ਰੂਲ ਫੋਲੋ ਹੋਏ ਨੇ ਜਾਂ ਨਹੀਂ ਹੋਏ ਨੇ, ਉਸ ਦੇ ਬਾਅਦ ਅਸੀਂ ਕੋਈ ਡਿਮਾਂਡ ਰੱਖਾਂਗੇ। ਕਿਸ ਤਰੀਕੇ ਦੇ ਨਾਲ ਹੁਣ ਐਕਸਪੈਂਡੀਚਰ ਸਾਹਮਣੇ ਆਇਆ ਹੈ ਇਹ ਚੰਡੀਗੜ੍ਹ ਤੋਂ ਇਲਾਵਾ ਹੋਰ ਸਟੇਟਸ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਜਾਂ ਦਿੱਲੀ ਦੇ ਜਿਹੜੇ ਅਫਸਰ ਹਨ ਉਹਨਾਂ ਦੇ ਲਈ ਵੀ ਆਉਂਦਾ ਹੈ। ਬਿਲਕੁਲ ਮੈਨੂੰ ਦੇਖੋ ਇਸ ਚੀਜ਼ ਦੇ ਬਹੁਤ ਸਾਰੇ ਮੈਸੇਜ ਆਏ ਨੇ, ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਹੈ। ਇਹ ਸਿਰਫ ਚੰਡੀਗੜ੍ਹ 'ਚ ਨਹੀਂ ਹੋ ਰਿਹਾ, ਹਰ ਜਗ੍ਹਾ ਹੋ ਰਿਹਾ। ਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੂੰ ਵੀ ਇਸ ਚੀਜ਼ ਦਾ ਹੁਣ ਪਤਾ ਲੱਗੇਗਾ ਤੇ ਇਸ ਚੀਜ਼ ਦੀ ਸਿਫਾਰਿਸ਼ ਕੀਤੀ ਜਾਵੇਗੀ ਕਿ ਇਹ ਜਿਹੜਾ ਆਰਡਰ ਇੱਥੇ ਚੰਡੀਗੜ੍ਹ 'ਚ ਇਸ਼ੂ ਹੋਇਆ ਹੈ, ਇਹ ਆਰਡਰ ਆਲ ਓਵਰ ਇੰਡੀਆ ਇਸ਼ੂ ਹੋਣਾ ਚਾਹੀਦਾ ਹੈ। ਇੱਕ ਗੱਲ ਹੋਰ ਅੱਛੀ ਹੈ ਕਿ ਇਹ ਜਿਹੜੇ ਆਪਣੇ ਪ੍ਰਸ਼ਾਸਕ ਹੈ, ਇਹ ਗਵਰਨਰ ਵੀ ਹੈ ਪੰਜਾਬ ਦੇ। ਤੇ ਮੈਂ ਇਹ ਕਰਦਾ ਕਿ ਮੋਰਲ ਗਰਾਊਂਡ ਤੇ ਪੰਜਾਬ ਸਰਕਾਰ ਨੂੰ, ਕਿਉਂਕਿ ਪੰਜਾਬ ਸਰਕਾਰ ਵੀ ਖਰਚੇ ਕਮ ਕਰਨ ਦੀ ਕਾਫੀ ਜ਼ਿਆਦਾ ਸ਼ੋਰ ਮਚਾਉਂਦੀ ਹੈ, ਤੇ ਪੰਜਾਬ ਸਰਕਾਰ ਨੂੰ ਵੀ ਗਵਰਨਰ ਸਾਹਿਬ ਦਾ ਇਹ ਆਰਡਰ ਆਪਣੇ ਸਟੇਟ 'ਚ ਲਾਗੂ ਕਰ ਦੇਣਾ ਚਾਹੀਦਾ ਹੈ। ਇੱਕ ਸਰ ਰਾਜਪਾਲ ਨੇ ਜਿਹੜਾ ਨੋਟਿਸ ਦਿੱਤਾ ਹੈ ਟਰੈਵਲ ਨੂੰ ਲੈ ਕੇ ਕਿ ਲੱਖਾਂ ਦਾ ਖਰਚਾ ਕਰਕੇ ਆਉਂਦੇ ਤੇ ਹੁਣ ਕੋਈ ਵੀ ਇਹ ਟਰੈਵਲ ਨਹੀਂ ਹੋਇਆ ਕਰੇਗਾ ਤੇ ਲਗਜ਼ਰੀ ਹੋਟਲਸ ਦੇ ਵਿੱਚ ਕੋਈ ਨਹੀਂ। ਦੇਖੋ, ਇਹ ਚੀਜ਼ਾਂ ਐਡਮਿਨਿਸਟ੍ਰੇਸ਼ਨ ਨੂੰ ਆਪਣੇ ਆਪ ਲੈਣੀਆਂ ਚਾਹੀਦੀਆਂ ਸੀ। ਅਸੀਂ ਤਾਂ ਵਾਰ-ਵਾਰ ਕਹਿੰਦੇ ਸੀ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ, ਕਿਉਂਕਿ ਰੈਵਨਿਊ ਸਰਪਲਸ ਸਟੇਟ ਹੈ ਚੰਡੀਗੜ੍ਹ, ਇੱਥੋਂ ਜਿਹੜਾ ਪੈਸਾ ਜ਼ਿਆਦਾ ਇਕੱਠਾ ਹੁੰਦਾ ਔਰ ਕੰਸੋਲੀਡੇਟਡ ਫੰਡ ਸੈਂਟਰ ਗੌਰਮੈਂਟ 'ਚ ਚਲੇ ਜਾਂਦਾ, ਲੇਕਿਨ ਜਦੋਂ ਬਜਟ ਦੇ ਰੂਪ ਵਿੱਚ ਸਾਡੇ ਕੋਲ ਆਉਂਦਾ ਵਾਪਸ ਤਾਂ ਬਹੁਤ ਘੱਟ ਪੈਸਾ ਆਉਂਦਾ। ਲੇਕਿਨ ਕੋਈ ਵੀ ਸਾਡੀ ਗੱਲ ਸੁਣ ਕੇ ਰਾਜ਼ੀ ਨਹੀਂ ਸੀ, ਕਿਸੇ ਚੀਜ਼ ਨੂੰ ਮੰਨਣ ਨੂੰ ਰਾਜ਼ੀ ਨਹੀਂ, ਕਿਉਂਕਿ ਮੈਂਬਰ ਪਾਰਲੀਮੈਂਟ ਦਾ ਅਹਿਮ ਰੋਲ ਹੁੰਦਾ ਹੈ ਅਲੱਗ-ਅਲੱਗ ਹੈਡਸ ਦੇ ਵਿੱਚ ਬਜਟ ਲਿਆਉਣਾ, ਔਰ ਜਿੰਨਾ ਪੈਸਾ ਸਾਡਾ ਜਾ ਰਿਹਾ ਹੈ, ਜੋ ਵੀ ਪੈਸਾ ਸਾਡੇ ਕੋਲ ਰਹਿ ਜੇ ਤੇ ਸ਼ਾਇਦ ਚੰਡੀਗੜ੍ਹ ਜਿਹੜਾ ਹੈ ਰੀਅਲੀ ਜਿਹਨੂੰ ਸਮਾਰਟ ਸਿਟੀ ਜਾਂ ਸਿਟੀ ਬਿਊਟੀਫੁਲ ਕਹਿੰਦੇ ਹੈ, ਜਾਂ ਜੋ ਮੈਟਰੋ ਪ੍ਰੋਜੈਕਟ ਹੈ, ਸ਼ਾਇਦ ਅਸੀਂ ਆਪਣੇ ਆਪ ਵੀ ਕਰ ਸਕਦੇ ਸੀ ਜਿੰਨੇ ਸਾਲਾਂ ਦਾ ਸਾਡਾ ਪੈਸਾ ਸੈਂਟਰਲ ਗੌਰਮੈਂਟ ਨੂੰ ਜਾ ਰਿਹਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਆਪ ਸੋਚਣੀਆਂ ਚਾਹੀਦੀਆਂ ਸੀ ਐਡਮਿਨਿਸਟ੍ਰੇਸ਼ਨ ਨੂੰ, ਐਡਮਿਨਿਸਟ੍ਰੇਟਰ ਨੂੰ, ਔਰ ਬਾਕੀ ਸਾਰੇ ਆਫਿਸਰ ਸਾਹਿਬਾਨ ਨੂੰ ਵੀ ਜਿਹੜੇ ਪੈਸੇ ਦਾ ਮਿਸਯੂਜ਼ ਹੋ ਰਿਹਾ ਸੀ, ਕਿ ਜਦੋਂ ਟੌਪ ਲੈਵਲ ਦੇ ਆਫੀਸ਼ੀਅਲਸ ਪੈਸੇ ਦਾ ਮਿਸਯੂਜ਼ ਕਰ ਰਹੇ ਤਾਂ ਨੀਚੇ ਦੇ ਆਪਣੇ ਆਪ ਕਰਨਗੇ। ਠੀਕ ਹੈ, ਤੁਸੀਂ ਦੇਖੋ ਇਹ ਸਾਰਾ ਜਿਹੜਾ ਖੁਲਾਸਾ ਹੋਇਆ ਇਹ ਇੱਕ RTI ਐਕਟਿਵਿਸਟ ਨੇ ਕੀਤਾ, ਉਸ ਤੋਂ ਬਾਅਦ ਇੱਕ ਨਿਊਜ਼ਪੇਪਰ ਨੇ ਸਟੋਰੀ ਚੱਕੀ। ਦੈਨ ਆਈ ਹੈਡ ਰਿਟਨ ਟੂ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਪ੍ਰਾਈਮ ਮਿਨਿਸਟਰ ਆਫ ਇੰਡੀਆ। ਮੈਂ 3 ਦਿਨ ਪਹਿਲਾਂ ਕੰਪਲੇਂਟ ਭੇਜੀ ਔਨਲਾਈਨ, ਠੀਕ ਹੈ, ਮੇਲ ਕੀਤੀ। ਉਸ ਤੋਂ ਬਾਅਦ ਕੱਲ੍ਹ ਉਹਦਾ ਅਸਰ ਹੋਇਆ, ਔਰ ਅੱਜ ਹੁਣ ਜੋ ਮਰਜ਼ੀ ਸਾਡੇ ਪ੍ਰਸ਼ਾਸਕ ਮਹੋਦਯ ਕਹੀ ਜਾਣ, ਲੇਕਿਨ ਜੇ ਉਹਨਾਂ ਨੇ ਇਹ ਕਰਨਾ ਸੀ ਤਾਂ ਪੇਪਰ 'ਚ ਤਾਂ 2 ਦਿਨ ਤੋਂ ਸਟੋਰੀ ਲੱਗ ਰਹੀ ਸੀ ਤਾਂ ਉਸੇ ਟਾਈਮ ਐਕਸ਼ਨ ਕਰਦੇ। ਲੇਕਿਨ ਕਿਉਂਕਿ ਮੇਰੀ ਕੰਪਲੇਂਟ ਤੋਂ ਬਾਅਦ ਇਹ ਹੋਇਆ ਹੈ, ਇਸ ਕਰਕੇ ਕੰਪਲੇਂਟ ਕਰਨ ਦਾ ਮੌਕਾ ਨਹੀਂ ਸਾਨੂੰ ਮਿਲਣਾ ਚਾਹੀਦਾ। ਆਪਣੇ ਆਪ ਹੀ ਜਿਹੜਾ ਹੈ ਇੱਥੇ ਸੁਧਾਰ ਹੋਣਾ ਚਾਹੀਦਾ। ਅਸੀਂ ਵਾਰ-ਵਾਰ ਇਹ ਆਵਾਜ਼ ਚੱਕਦੇ ਹਾਂ ਕਿ ਪਰ ਪੈਸੇ ਦਾ ਦੁਰਪ੍ਰਯੋਗ ਹੋ ਰਿਹਾ, ਪੈਸੇ ਦਾ ਮਿਸਯੂਜ਼ ਹੋ ਰਿਹਾ ਚੰਡੀਗੜ੍ਹ ਦੇ ਵਿੱਚ, ਅਤੇ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਮੈਂ ਫਿਰ ਕਹਾਂਗਾ ਕਿ ਅਗਰ ਟੈਕਸਿਸ ਦੇ ਵਿੱਚ ਲਾ ਲਓ ਤਾਂ ਚੰਡੀਗੜ੍ਹ ਨੂੰ ਜਿਹੜੇ ਅਫੀਸਰ ਆਉਂਦੇ ਸਿਰਫ ਟੈਕਸ ਇਕੱਠਾ ਕਰਨ 'ਤੇ ਲੱਗੇ ਰਹਿੰਦੇ ਆ। ਪਾਰਕਿੰਗ ਫੀਸ ਵਧਾ ਦਿਓ, ਪਾਣੀ ਦੇ ਰੇਟ ਵਧਾ ਦਿਓ, ਰਜਿਸਟ੍ਰੇਸ਼ਨ ਫੀਸ ਵਧਾ ਦਿਓ, GST ਕਲੈਕਸ਼ਨ ਜ਼ਿਆਦਾ ਕਰ ਲਓ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਣੇ ਆਪਣੇ ਨੰਬਰ ਸਭ ਬਣਾਉਣ 'ਤੇ ਲੱਗੇ ਹੋਏ ਅਫੀਸ਼ੀਅਲਸ, ਕਿਸੇ ਦਾ ਡਿਵੈਲਪਮੈਂਟ ਵੱਲ ਧਿਆਨ ਨਹੀਂ ਹੈ। ਔਰ ਜਿੰਨਾ ਪੈਸਾ ਇਕੱਠਾ ਹੋ ਕੇ ਜਾ ਸਕਦਾ ਜੀ, ਤਾਂ ਕਿ ਸਾਨੂੰ ਇਹ ਹੋਏ ਕਿ ਬਹੁਤ ਪੈਸਾ ਇਕੱਠਾ ਹੋ ਕੇ ਸਾਡਾ ਜਾ ਰਿਹਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਬੜੀਆਂ ਤੁਸੀਂ ਸ਼ਹਿਰ ਦੇ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਚੰਗੀ ਗੱਲ ਨਹੀਂ ਹੈਗੀ। ਸਰ ਗਵਰਨਰ ਨੇ ਆਪ ਮਤਲਬ ਇਹ ਚੀਜ਼ ਨੂੰ ਨੋਟਿਸ ਕੀਤਾ ਹੈ, ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਆਫੀਸ਼ੀਅਲਸ ਦਿੱਲੀ ਤੱਕ ਜਾਣਗੇ ਉਹ ਸ਼ਤਾਬਦੀ ਵੰਦੇ ਭਾਰਤ ਦੇ ਜ਼ਰੀਏ। ਦੇਖੋ, ਇਹ ਸਾਰੀਆਂ ਚੀਜ਼ਾਂ ਮੈਂ ਲੈਟਰ 'ਚ ਲਿਖੀਆਂ ਕਿ ਉੱਥੇ ਚੰਡੀਗੜ੍ਹ ਦਾ ਸਪੈਸ਼ਲ ਗੈਸਟ ਹਾਊਸ ਬਣਿਆ ਜਿਹਦੇ 'ਚ ਕਾਫੀ ਸਾਰੇ ਕਮਰੇ ਹੈ। ਉੱਥੇ ਕੌਣ ਰੁਕਦਾ ਉੱਥੇ ਜਾ ਕੇ? ਉੱਥੇ ਪਰਮਾਨੈਂਟ ਸਟਾਫ ਹੈ, ਲੇਕਿਨ ਰੁਕਦਾ ਕੋਈ ਵੀ ਨਹੀਂ ਹੈ। ਕਿਸੇ ਪੋਲੀਟੀਸ਼ੀਅਨ ਨੂੰ ਤਾਂ ਨਹੀਂ ਦਿੰਦੇ ਜਿਸ ਤਰ੍ਹਾਂ ਪੰਜਾਬ ਰਹਿਣਾ ਭਵਨ ਦਿੰਦੇ ਆ, ਸਿਰਫ ਅਫੀਸ਼ੀਅਲਸ ਵਾਸਤੇ। ਫਿਰ ਅਫੀਸ਼ੀਅਲਸ 5 ਸਟਾਰ ਹੋਟਲਾਂ 'ਚ ਕਿਉਂ ਰੁਕਦੇ ਰਹੇ? ਪੰਜਾਬ ਭਵਨ ਹੈ, ਹਰਿਆਣਾ ਭਵਨ ਹੈ, ਤੁਸੀਂ ਹਰਿਆਣਾ ਦੇ ਆਫੀਸਰ ਦੇਖੋ ਜਾ ਕੇ ਆਪਣੇ ਹਰਿਆਣਾ ਭਵਨ 'ਚ ਰੁਕਦੇ ਹੈ, ਪੰਜਾਬ ਦੇ ਅਫੀਸ਼ੀਅਲਸ ਦੇਖੋ ਪੰਜਾਬ ਭਵਨ 'ਚ ਰੁਕਦੇ ਹੈ। ਅਤੇ ਚੰਡੀਗੜ੍ਹ ਦਾ ਆਪਣਾ ਅਲੱਗ ਗੈਸਟ ਹਾਊਸ ਬਣਿਆ ਹੋਇਆ ਸੀ ਤਾਂ ਸਾਡੇ ਅਫੀਸ਼ੀਅਲਸ ਨੂੰ ਉੱਥੇ ਰੁਕਣਾ ਚਾਹੀਦਾ ਸੀ। ਦੂਸਰੀ ਗੱਲ ਹੈ ਏਅਰ ਟਰੈਵਲ, ਜਿੰਨਾ ਟਾਈਮ ਚੰਡੀਗੜ੍ਹ ਤੋਂ ਏਅਰਪੋਰਟ ਪਹੁੰਚਣ 'ਤੇ ਦਿੱਲੀ ਦੇ ਏਅਰਪੋਰਟ ਤੋਂ ਫਿਰ ਡੈਸਟੀਨੇਸ਼ਨ 'ਤੇ ਜਾਣ 'ਤੇ ਲੱਗਦਾ ਹੈ, ਉਨੀ ਦੇਰ ਇਸ ਦਾ ਬਾਈ ਕਾਰ ਪਹੁੰਚ ਜਾਂਦੇ ਹੈ। ਸ਼ਤਾਬਦੀ ਇੱਥੋਂ ਕਿੰਨੀਆਂ ਚੱਲ ਰਹੀਆਂ, ਜਨ ਸ਼ਤਾਬਦੀ ਚੱਲ ਰਹੀ ਹੈ, ਵੰਦੇ ਭਾਰਤ ਚੱਲ ਰਹੀ ਹੈ, ਇੰਨੀਆਂ ਟ੍ਰੇਨ ਚੱਲਣ ਦੇ ਬਾਵਜੂਦ ਅਗਰ ਤੁਸੀਂ ਏਅਰ ਟਰੈਵਲ ਕਰ ਰਹੇ ਹੋ ਤਾਂ ਉਹਦਾ ਰੀਜ਼ਨ ਕੀ ਹੈ? ਕਿੰਨਾ ਕੁ ਤੁਸੀਂ ਮਤਲਬ ਲਗਜ਼ਰੀ ਲਾਈਫ ਜੀਣਾ ਚਾਹੁੰਦੇ ਹੋ? ਤੁਸੀਂ ਯੂ ਆਰ ਦਾ ਪਬਲਿਕ ਸਰਵੈਂਟ, ਪਬਲਿਕ ਦਾ ਪੈਸਾ ਹੈ, ਪਬਲਿਕ ਮਨੀ ਹੈ, ਇਹਨੂੰ ਤੁਸੀਂ ਯੂ ਆਰ ਵੇਸਟਿੰਗ ਦਾ ਮਨੀ, ਪਬਲਿਕ ਮਨੀ ਨੂੰ ਤੁਸੀਂ ਸੁੱਟ ਰਹੇ ਹੋ ਇੱਕ ਤਰ੍ਹਾਂ ਨਾਲ। ਅਤੇ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੀ ਮਰਜ਼ੀ ਫਲਾਈਟ ਵਿੱਚ ਜਿਹੜਾ ਸਫ਼ਰ ਕਰ ਰਹੇ ਹੈਗੇ ਹੋ। ਸੋ ਇਸ ਕਰਕੇ ਇਹ ਜਿਹੜਾ ਗਵਰਨਰ ਸਾਹਿਬ ਨੇ ਫੈਸਲਾ ਲਿਆ ਵੈਲਕਮ ਮੈਂ ਕਰਦਾ ਕਿ ਚਾਹੇ ਕਿਸੇ ਤਰੀਕੇ ਨਾਲ ਵੀ ਐਕਸ਼ਨ ਹੋਇਆ, ਬਟ ਐਕਸ਼ਨ ਹੋਇਆ।
ਲੇਕਿਨ ਹੁਣ ਤੁਸੀਂ ਦੇਖਿਆ ਹੋਣਾ, ਅੱਜ ਵੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਹੁਣ ਇੱਕ ਰਸਤਾ ਲੱਭ ਰਿਹਾ ਆਫੀਸ਼ੀਅਲਸ ਕਿ ਇੰਟਾਈਟਲਮੈਂਟ ਕਿਹਦੀ ਫਲਾਈਟ ਦੀ ਹੈ ਔਰ ਕਿਹਦੀ ਬੱਸ ਦੀ ਹੈ ਔਰ ਕਿਹਦੀ ਕਾਰ ਦੀ ਹੈ ਔਰ ਕਿਹਦੀ ਸ਼ਤਾਬਦੀ ਦੀ ਹੈ। ਉਹਨਾਂ ਨੇ ਰਸਤਾ ਲੱਭਣਾ ਸ਼ੁਰੂ ਕਰਤਾ ਹੈ। ਲੇਕਿਨ ਫਿਰ ਵੀ ਮੈਂ ਇਹ ਚਾਹੂੰਗਾ ਕਿ ਜਿਹੜਾ ਇਹ ਖਰਚਾ ਫालतू ਦਾ ਹੈ ਉਹ ਬੰਦ ਹੋਣਾ ਚਾਹੀਦਾ ਹੈ। ਸਰ ਇਸ 'ਚ ਇੱਕ ਹੋਰ ਚੀਜ਼ ਵੀ ਜਿਹੜੀ ਆਰਟੀਆਈ ਦੇ ਵਿੱਚ ਸੀਗੀ ਕਿ ਜਿਹੜੇ ਬਿਲਸ ਹੈ ਉਹ ਉਸ ਵੇਲੇ ਦੇ ਕੋਵਿਡ ਦੇ ਸਮੇਂ 'ਚ ਟਰੈਵਲ ਬਿਲਕੁਲ ਬੰਦ ਸੀਗਾ ਤੇ ਇਸ ਤੋਂ ਇਲਾਵਾ ਜਿਹੜੇ ਵੀ ਆਫੀਸ਼ੀਅਲਸ ਹੈ ਕਈ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਂਦੇ ਆਫੀਸ਼ੀਅਲ ਟ੍ਰਿਪਸ ਤੇ ਇਹ ਵੀ ਇੱਕ ਮੁੱਦਾ ਸਾਹਮਣੇ ਆਇਆ। ਦੇਖੋ, ਜਿਹੜੇ ਪਰਿਵਾਰ ਨੂੰ ਲੈ ਕੇ ਜਾਂਦੇ ਉਹ ਤਾਂ ਕਹਿਣਗੇ ਅਸੀਂ ਆਪਣਾ ਖਰਚਾ ਆਪ ਕਰਦੇ ਹਾਂ, ਪਰ ਸਾਰੇ ਸ਼ਹਿਰ ਨੂੰ ਪਤਾ ਕਿਸ ਦਾ ਖਰਚਾ ਕੌਣ ਕਿਵੇਂ ਹੁੰਦਾ ਹੈ। ਲਗਾਤਾਰ ਪਿਛਲੇ ਦਿਨਾਂ ਜਿਹੜੇ ਚੰਡੀਗੜ੍ਹ ਦੇ ਵਿੱਚ ਕਰਪਸ਼ਨ ਕੇਸਿਸ ਪਕੜੇ ਜਾ ਰਹੇ ਆ। ਗਵਰਨਰ ਸਾਹਿਬ ਨੇ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੇ ਤੁਹਾਡੇ ਖਿਲਾਫ ਮਤਲਬ ਤੁਹਾਡੀਆਂ ਕਰਪਸ਼ਨ ਦੀਆਂ ਕੰਪਲੇਂਟਸ ਆ ਰਹੀਆਂ ਪੰਜਾਬ ਤੋਂ, ਮੈਨੂੰ ਕਾਫੀ ਉਹਦੇ ਜਵਾਬ ਦਿਓ। ਲੇਕਿਨ ਉਹਨਾਂ ਦੇ ਆਪਣੇ ਜਿੱਥੇ ਉਹ ਪ੍ਰਸ਼ਾਸਕ ਹੈ ਉੱਥੇ ਲਗਾਤਾਰ ਕਰਪਸ਼ਨ ਹੋ ਰਹੀ ਹੈ, ਲਗਾਤਾਰ CBI ਪਕੜ ਰਹੀ ਹੈ, ਪੁਲਿਸ ਪਕੜ ਰਹੀ ਹੈ, ਪੁਲਿਸ ਵਾਲੇ ਕਰਪਸ਼ਨ ਕਰ ਰਹੇ ਹੈ, ਹੋਰ ਅਫਸਰ ਕਰਪਸ਼ਨ ਕਰ ਰਹੇ ਹੈ। ਠੀਕ ਹੈ, ਕਾਰਪੋਰੇਸ਼ਨ ਦੇ ਵਿੱਚ ਵਾਰ-ਵਾਰ ਇੱਕੋ ਮੁੱਦਾ ਆਉਂਦਾ ਹੈ ਕਿ ਭ੍ਰਿਸ਼ਟਾਚਾਰ ਚਰਮ ਸੀਮਾ 'ਤੇ ਹੈ, ਫਿਰ ਉਹਨੂੰ ਲੈ ਕੇ ਇਸ਼ੂ ਬਣਾ ਲਏ ਜਾਂਦੇ ਹੈ। ਡੰਪਿੰਗ ਗਰਾਊਂਡ ਹੈ, ਤੁਸੀਂ ਦੇਖ ਲਓ, ਹੋਰ ਇਸ਼ੂਜ਼ ਹੈ, ਪਾਰਕਿੰਗ ਦਾ ਇਸ਼ੂ ਹੈ। 7.5 ਕਰੋੜ ਦੀ ਜਾਲੀ FD ਬੰਦਾ ਦੇ ਕੇ ਤੁਹਾਡੇ ਪੈਸੇ ਲੈ ਕੇ ਦੌੜ ਰਿਹਾ, ਤੁਸੀਂ ਉਹ ਤੋਂ ਰਿਕਵਰੀ ਨਹੀਂ ਕਰ ਪਾ ਰਹੇ। ਅੱਜ ਤੁਸੀਂ ਪਾਰਕਿੰਗ ਦੇ ਰੇਟ ਡਬਲ ਕਰ ਰਹੇ ਹੋ, ਕਿਆ ਉਹ ਰਿਕਵਰੀ ਕਰਨੀ ਹੈ ਉਹ ਤੋਂ? ਸੋ ਇਸ ਕਰਕੇ ਚੰਡੀਗੜ੍ਹ ਨੂੰ ਪਹਿਲਾਂ ਸਾਨੂੰ ਸੁਧਾਰਨ ਦੀ ਲੋੜ ਹੈ। ਚੰਡੀਗੜ੍ਹ ਅਗਰ ਅਸੀਂ ਐਜ਼ ਐਕਸਪੈਰੀਮੈਂਟਲ ਸਿਟੀ ਬਣਾਇਆ ਹੋਇਆ ਹੈ, ਪੋਲੀਥੀਨ ਬੈਨ ਹੋਣਾ ਪਹਿਲਾਂ ਚੰਡੀਗੜ੍ਹ ਹੋਏਗਾ, ਸਮੋਕਿੰਗ ਬੈਨ ਹੋਣੀ ਪਹਿਲਾਂ ਚੰਡੀਗੜ੍ਹ ਹੋਏਗੀ, ਕੋਈ ਵੀ ਨਵੀਂ ਚੀਜ਼ ਇੰਪਲੀਮੈਂਟ ਹੋਣੀ ਪਹਿਲਾਂ ਚੰਡੀਗੜ੍ਹ ਹੋਏਗੀ। ਜਿਹੜਾ ਉਹ ਹੁਣ ਪਿੱਛੇ ਚੱਲਿਆ ਸੀਗਾ ਇਲੈਕਟ੍ਰਿਕ ਵਾਹੀਕਲ ਦੁਆਲਾ ਜਿਹੜਾ, ਉਹ ਸਭ ਤੋਂ ਪਹਿਲਾਂ ਚੰਡੀਗੜ੍ਹ ਲਾਗੂ ਹੋਏਗਾ ਜੀ। ਕਿਉਂ? ਫਿਰ ਚੰਡੀਗੜ੍ਹ ਨੂੰ ਕਰਪਸ਼ਨ ਫਰੀ ਕਿਉਂ ਨਹੀਂ ਕਰਦੇ? ਚੰਡੀਗੜ੍ਹ ਨੂੰ ਆਪਾਂ ਉਸ ਪਾਸੇ ਕਿਉਂ ਨਹੀਂ ਲੈ ਕੇ ਜਾ ਰਹੇ ਕਿ ਜੀ ਸਭ ਤੋਂ ਪਹਿਲਾਂ ਅਗਰ ਇੰਡੀਆ ਦਾ ਕੋਈ ਸ਼ਹਿਰ ਕਰਪਸ਼ਨ ਫਰੀ ਹੋਏਗਾ ਤਾਂ ਉਹ ਚੰਡੀਗੜ੍ਹ ਹੋਏਗਾ। ਸਾਨੂੰ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਲੇਕਿਨ ਬਦਕਿਸਮਤੀ ਚੰਡੀਗੜ੍ਹ ਦੀ 3 ਸਾਲ ਵਾਸਤੇ ਆਫੀਸਰ ਆਉਂਦੇ ਹੈ, ਜਿਹੜੇ ਸਟੇਟਸ ਤੋਂ ਆਉਂਦੇ ਉਹ ਆਪਣੇ ਆਪਣੇ ਸਟੇਟ ਦੀ ਪਾਲਿਸੀ ਲੈ ਕੇ ਆਉਂਦੇ ਹੈ, ਆਪਣੇ ਆਪਣੇ ਉਹਨਾਂ ਦੀ ਸੁਣਦੇ ਹੈ। ਜਿਹੜੇ ਸੈਂਟਰ 'ਚੋਂ ਆਉਂਦੇ ਹੈ ਕਿਉਂਕਿ ਡਾਇਰੈਕਟਲੀ ਹੋਮ ਮਿਨਿਸਟਰ ਦੇ ਅੰਡਰ ਹੈ, ਉੱਥੋਂ ਦੀ ਸੁਣਦੇ ਹੈ। ਇਸ ਕਰਕੇ ਚੰਡੀਗੜ੍ਹ ਦਾ ਸੁਧਾਰ ਨਹੀਂ ਹੋ ਪਾ ਰਿਹਾ। ਸਾਡੀ ਵਾਰ-ਵਾਰ ਡਿਮਾਂਡ ਇੱਕ ਹੋ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਇਨ ਕੌਂਸਲ ਹੋਣੀ ਚਾਹੀਦੀ ਹੈ, ਲੋਕਾਂ ਦੇ ਹੱਥਾਂ 'ਚ ਪਾਵਰ ਹੋਣੀ ਚਾਹੀਦੀ ਹੈ। ਕੰਮ ਕੋਈ ਹੁੰਦਾ ਨਹੀਂ ਹੈ, ਬਟ ਪੈਸਾ ਖਰਚ ਹੋ ਰਿਹਾ। ਆਰਟੀਆਈ ਐਕਟਿਵਿਸਟ ਆਰ.ਕੇ. ਗਰਗ ਵੱਲੋਂ ਜਿਹੜੀ ਆંકੜੀਆਂ ਕਾਗਜ਼ ਦਿਖਾਏ ਗਏ ਨੇ ਉਹ ਚੌਂਕਾਉਣ ਵਾਲੇ ਨੇ, ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਲੋਕਡਾਊਨ ਦੇ ਸਮੇਂ ਜੇ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਯਾਤਰਾ ਤੇ ਰੋਕ ਸੀਗੀ ਤਾਂ CTO ਡਿਪਾਰਟਮੈਂਟ ਦਾ 38 ਲੱਖ ਦਾ ਜਿਹੜਾ ਖਰਚਾ ਹੈ ਉਹ ਸਾਹਮਣੇ ਆਇਆ, ਜਿਹੜਾ ਕਿ ਬਹੁਤ ਜ਼ਿਆਦਾ ਹੈ। ਹਾਲਾਂਕਿ ਇਸ ਵਿੱਚ ਜਿਹੜਾ ਗਵਰਨਰ ਨੇ ਆਦੇਸ਼ ਜਾਰੀ ਕੀਤੇ, ਇਸ ਤੋਂ ਇਹ ਵੀ ਸਮਝ ਆਉਂਦਾ ਹੈ ਕਿ ਇਸ ਤੋਂ ਪਹਿਲਾਂ ਕਿੰਨਾ ਖਰਚਾ ਜਿਹੜਾ ਹੋਇਆ ਹੋਣਾ, ਜਿਹੜਾ ਕਿ ਰੁਕ ਸਕਦਾ ਸੀਗਾ। ਜਿੱਥੇ ਇੱਕ ਪਾਸੇ ਆਰ.ਕੇ. ਗਰਗ ਨੇ ਕਿਹਾ ਕਿ ਉਹ ਜਿਹੜਾ ਹੈ ਰਾਜਪਾਲ ਦੇ ਫੈਸਲੇ ਦਾ ਸਵਾਗਤ ਕਰਦੇ ਹੈ ਤੇ ਉਹਨਾਂ ਨੇ ਕਿਹਾ ਕਿ ਉਮੀਦ ਕਰਦੇ ਕਿ ਪੰਜਾਬ ਤੇ ਹੋਰ ਦੇਸ਼ ਦੇ ਸਾਰੇ ਸੂਬਿਆਂ ਦੇ ਵਿੱਚ ਜਿਹੜਾ ਹੈ ਅਧਿਕਾਰੀਆਂ ਦੇ ਖਰਚੇ ਤੇ ਚੈੱਕ ਰੱਖਿਆ ਜਾਵੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਹਲੇ ਮੈਂ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਕਲੈਕਟ ਕਰ ਰਿਹਾ ਤਾਂ ਕਿ ਪਤਾ ਚੱਲ ਸਕੇ ਕਿ ਹੋਰ ਕਿਹੜੇ-ਕਿਹੜੇ ਵਿਭਾਗ ਨੇ ਜਿੱਥੇ ਕਿ ਖਰਚਾ ਵੱਧ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਫੈਸਲੇ ਨੇ ਕਿਤੇ ਨਾ ਕਿਤੇ ਸਵਾਲ ਖੜੇ ਕਰ ਦਿੱਤੇ ਹੈ ਕਿ ਪ੍ਰਸ਼ਾਸਨ ਜਿੱਥੇ ਕਿ ਇੱਕ ਪਾਸੇ ਕਹਿੰਦਾ ਹੈ ਕਿ ਪੈਸਿਆਂ ਦੇ ਜਿਹੜੀ ਹੈ ਉਹ ਕਮੀ ਹੈ ਤੇ ਉਸ ਪਾਸੇ ਇਹ ਵੀ ਦਿਖ ਰਿਹਾ ਹੈ ਕਿ ਪੈਸੇ ਦੀ ਦੁਰਵਰਤੋਂ ਵੀ ਹੋ ਰਹੀ ਹੈ। ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ, ਸਾਂਝਾ TV, ਚੰਡੀਗੜ੍ਹ।